ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਆਪਣਾ ਨੈਕਸਟ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ, ਤੁਹਾਨੂੰ ਸਭ ਨੂੰ ਪਤਾ ਹੈ, ਅੱਜ ਆਪਣਾ ਨੈਕਸਟ ਚੈਪਟਰ ਹੈਗਾ ਸਿਟੀਜ਼ਨਸ਼ਿਪ। ਓਕੇ, ਸੋ ਇੰਡੀਅਨ ਪੋਲਿਟੀ ਦਾ ਨੈਕਸਟ ਚੈਪਟਰ ਹੈ ਸਿਟੀਜ਼ਨਸ਼ਿਪ। ਦੇਖੋ, ਹੁਣ ਤੱਕ ਆਪਾਂ ਕੀ ਪੜ੍ਹਿਆ। ਅਸੀਂ ਹੁਣ ਤੱਕ ਪੜ੍ਹਿਆ ਆਪਣਾ ਕੌਂਸਟੀਟਿਊਸ਼ਨ ਅਸੈਂਬਲੀ, ਉਹਨੇ ਕੀ ਕੀਤਾ ਕਿ ਕੌਂਸਟੀਟਿਊਸ਼ਨ ਬਣਾਉਣ ਦਾ ਕੰਮ ਕਰਿਆ। ਉਸ ਤੋਂ ਬਾਅਦ ਅਸੀਂ ਪ੍ਰੀਐਂਬਲ ਬਾਰੇ ਪੜ੍ਹਿਆ ਕਿ ਸਾਡੇ ਕੌਂਸਟੀਟਿਊਸ਼ਨ ਦਾ ਪਹਿਲਾ ਪੰਨਾ ਕਿਆ ਸੀਗਾ। ਫਿਰ ਅਸੀਂ ਸੈਕਿੰਡ ਪਾਰਟ, ਫਿਰ ਦੂਜੇ ਅੱਗੇ ਵਧੇ ਆਪਾਂ। ਕੱਲ੍ਹ ਥੋੜ੍ਹੇ ਦਿਨ ਪਹਿਲਾਂ ਇੰਡੀਅਨ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਪੜ੍ਹਿਆ ਕੱਲ੍ਹ, ਅਤੇ ਅੱਜ ਆਪਾਂ ਸਿਟੀਜ਼ਨਸ਼ਿਪ ਪੜ੍ਹਾਂਗੇ। ਹੁਣ ਮੇਰੀ ਗੱਲ ਧਿਆਨ ਨਾਲ ਸੁਣਨੀ ਸਾਰਿਆਂ ਨੇ, ਠੀਕ ਹੈ। ਇੱਕ ਸੈਕਿੰਡ ਮੈਂ ਨੀਚੇ ਆ ਜਾਂਦਾ ਐਂਡ ਤੁਸੀਂ ਬਿਲਕੁਲ ਧਿਆਨ ਨਾਲ ਸੁਣੀ। ਦੇਖੋ, ਸੁਣੋ। ਜਿਹੜਾ ਤਾਂ ਇੱਕ ਪਹਿਲਾਂ ਤਾਂ ਅਸੀਂ ਪ੍ਰੀਐਂਬਲ ਪੜ੍ਹ ਲਿਆ। ਕਿਆ ਪੜ੍ਹ ਲਿਆ? ਪ੍ਰੀਐਂਬਲ, ਠੀਕ ਹੈ। ਪ੍ਰੀਐਂਬਲ ਪੜ੍ਹ ਲਿਆ। ਹੁਣ ਆਪਾਂ ਪਹਿਲਾਂ ਅਸੀਂ ਫਸਟ ਪਾਰਟ ਕੀਤਾ। ਫਸਟ ਪਾਰਟ, ਇੱਕ ਗੱਲ ਤੁਸੀਂ ਯਾਦ ਰੱਖਣੀ ਆ, ਕੰਨ ਖੋਲ੍ਹ ਕੇ ਸੁਣਨੀ ਆ। ਕਈ ਵਾਰ ਪੇਪਰਾਂ 'ਚ ਇਹੀ ਪੁੱਛ ਲਿਆ ਜਾਂਦਾ ਕਿ ਕਿਹੜੇ ਪਾਰਟ ਕਿਹੜੀ ਚੀਜ਼ ਵਿੱਚ ਆ। ਅਸੀਂ ਪਾਰਟ 1 ਕੀਤਾ ਸੀ ਯੂਨੀਅਨ ਐਂਡ ਟੈਰੀਟਰੀਜ਼, ਜੋ ਕੱਲ੍ਹ ਕੀਤਾ ਸੀ, ਠੀਕ ਹੈ। ਉਹ ਕਿਹਾ ਸੀ, ਉਹ ਸੀ ਸਾਡਾ ਯੂਨੀਅਨ ਐਂਡ ਟੈਰੀਟਰੀਜ਼, ਸਾਡਾ ਪਾਰਟ 1 ਸੀ। ਅੱਜ ਅਸੀਂ ਆਪਣਾ ਪਾਰਟ 2 ਕਰਨਾ ਹੈ ਕੌਂਸਟੀਟਿਊਸ਼ਨ ਦਾ। ਪਾਰਟ 2 ਕਿਸ ਨਾਲ ਰਿਲੇਟਡ ਆ? ਸਿਟੀਜ਼ਨਸ਼ਿਪ। ਅਸੀਂ ਅੱਜ ਪੜ੍ਹਾਂਗੇ ਕਿ ਸਾਨੂੰ ਕਿਸ ਤਰ੍ਹਾਂ ਸਿਟੀਜ਼ਨਸ਼ਿਪ ਮਿਲੀ ਆ, ਹੈ ਨਾ। ਸਿਟੀਜ਼ਨਸ਼ਿਪ ਮਤਲਬ ਨਾ ਨਾਗਰਿਕਤਾ, ਠੀਕ ਹੈ। ਕਿੱਦਾਂ ਸਾਨੂੰ ਸਿਟੀਜ਼ਨਸ਼ਿਪ ਮਿਲੀ ਆ ਅਤੇ ਕੀ ਹੋਇਆ, ਕਿਵੇਂ ਹੋਇਆ, ਅਸੀਂ ਪੜ੍ਹਾਂਗੇ। ਹੁਣ ਦੇਖੋ, ਮੇਰੀ ਗੱਲ ਸੁਣੋ ਧਿਆਨ ਨਾਲ। ਹੋਇਆ ਕਿ ਸਾਡਾ ਦੇਸ਼ ਆਜ਼ਾਦ ਹੋਇਆ, ਠੀਕ ਹੈ। ਆਜ਼ਾਦ ਹੋਣ ਤੋਂ ਬਾਅਦ ਸਾਡੇ ਮੂਹਰੇ ਬਹੁਤ ਸਾਰੇ ਚੈਲੰਜਿਸ ਸੀਗੇ ਕਿ ਅਸੀਂ ਕੀ ਕਰੀਏ ਸਾਡੇ ਦੇਸ਼ ਵਿੱਚ, ਕੀ ਸਾਡੇ ਦੇਸ਼ 'ਚ ਅਸੀਂ ਲੈ ਕੇ ਆਈਏ ਤਾਂ ਕਿ ਲੋਕਾਂ ਦੀ ਹੈਲਪ ਹੋ ਸਕੇ। ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਉਸ ਸਮੇਂ ਕੁਛ ਲੋਕ ਪਾਕਿਸਤਾਨ 'ਚ ਗਏ, ਕਿਉਂਕਿ ਪਾਕਿਸਤਾਨ ਅਲੱਗ ਹੋਇਆ, ਕੁਛ ਦਿਨ ਇੱਧਰ ਭੱਜੇ, ਤਾਂ ਇੱਥੋਂ ਸਾਨੂੰ ਸਿਟੀਜ਼ਨਸ਼ਿਪ ਦੇਣ 'ਚ ਥੋੜ੍ਹਾ ਜਿਹਾ ਪੰਗਾ ਪੈ ਗਿਆ ਸੀ। ਲੇਕਿਨ ਤੁਹਾਨੂੰ ਇਹ ਜਾਣ ਕੇ ਬੜੀ ਹੀ ਦੁੱਖ ਦੀ ਗੱਲ ਹੋਊਗੀ ਕਿ ਸਟਾਰਟਿੰਗ ਵਿੱਚ ਅਸੀਂ ਸਿਟੀਜ਼ਨਸ਼ਿਪ ਇੰਨੀ ਜ਼ਿਆਦਾ ਖੁੱਲ੍ਹੀ ਰੱਖੀ ਹੋਈ ਸੀ ਕਿ ਦੇਸ਼ ਦੀ ਪਾਪੂਲੇਸ਼ਨ ਵਧਾਉਣ 'ਚ ਸਭ ਤੋਂ ਵੱਡਾ ਹੱਥ ਇਸੀ ਦਾ ਰਿਹਾ ਹੈ। ਅਗਰ ਅਸੀਂ ਸਿਟੀਜ਼ਨਸ਼ਿਪ ਦੀ ਗੱਲ ਕਰੀਏ ਤਾਂ ਇਹ ਆਰਟੀਕਲ ਨੰਬਰ 5 ਤੋਂ 11 ਤੱਕ, ਠੀਕ ਹੈ। ਆਪਾਂ ਕੱਲ੍ਹ ਪੜ੍ਹਿਆ ਸੀ 1 2 3 4 ਆਰਟੀਕਲਸ ਪੜ੍ਹੇ ਸੀ ਜਿਹੜੇ ਯੂਨੀਅਨ ਨਾਲ ਰਿਲੇਟਡ ਸੀਗੇ। ਅੱਜ ਅਸੀਂ 5 ਤੋਂ 11 ਪੜ੍ਹਾਂਗੇ। ਇਸ 5 ਤੋਂ 11 ਆਰਟੀਕਲਸ ਤੱਕ ਆਪਣਾ ਕੀ ਆ, ਇਹ ਵੀ ਲਿਖਿਆ ਹੋਇਆ ਕਿ ਸਾਨੂੰ ਸਿਟੀਜ਼ਨਸ਼ਿਪ ਕਿੱਦਾਂ ਮਿਲਣੀ ਆ। ਅਗਰ ਕੋਈ ਬਾਹਰਲੇ ਦੇਸ਼ 'ਚ ਰਹਿ ਰਿਹਾ, ਅਗਰ ਉਹ ਪੱਕਾ ਉੱਧਰ ਹੋ ਗਿਆ ਅਤੇ ਕਦੇ ਇੰਡੀਆ ਦੁਬਾਰਾ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਿਟੀਜ਼ਨਸ਼ਿਪ ਕਿੱਦਾਂ ਮਿਲੂਗੀ, ਇਹ ਸਾਰੀ ਤੁਹਾਨੂੰ ਅੱਜ ਨੌਲੇਜ ਮਿਲਣ ਵਾਲੀ ਹੈ। ਐਂਡ ਇਹ ਚੀਜ਼ ਤੁਹਾਨੂੰ ਪਤਾ ਜ਼ਰੂਰ ਹੋਣੀ ਚਾਹੀਦੀ ਆ, ਤभी ਤੁਸੀਂ ਕਿਸੇ ਹੋਰ ਨੂੰ ਦੱਸ ਸਕਦੇ ਆ ਅਤੇ ਆਪਣੇ ਪੇਪਰ ਤੁਸੀਂ ਪਰਫਾਰਮ ਤਾਂ ਕਰਨਾ ਹੀ ਕਰਨਾ, ਠੀਕ ਹੈ। ਦੇਖੋ, ਮੈਂ ਤੁਹਾਨੂੰ ਬਹੁਤ ਡਿਟੇਲ ਸਿਟੀਜ਼ਨਸ਼ਿਪ ਕਰਾਊਂਗਾ, ਲੇਕਿਨ ਮੈਂ ਐਂਡ 'ਚ ਦੱਸ ਦੂੰਗਾ ਵੀ ਕਿਹੜੇ ਐਗਜ਼ਾਮ ਵਾਲਿਆਂ ਨੇ ਕਿੰਨਾ ਪੜ੍ਹਨਾ ਹੈ, ਠੀਕ ਹੈ। ਓਕੇ, ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਸਿਟੀਜ਼ਨਸ਼ਿਪ ਦੇ ਵਿੱਚ ਨਾ ਇੱਕ ਬਹੁਤ ਬੜੀ ਪ੍ਰੋਬਲਮ ਹੋਈ ਸੀ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਕੁਛ ਲੋਕ ਪਾਕਿਸਤਾਨ ਚਲੇ ਗਏ, ਕੁਛ ਇੱਧਰ ਚਲੇ ਗਏ, ਤਾਂ ਉਸ ਦੇ ਅਕੋਰਡਿੰਗ ਕਿਆ ਹੋਇਆ ਆਪਾਂ ਦੇਖ ਲੈਂਦੇ, ਠੀਕ ਹੈ। ਦੇਖੋ, ਪਾਰਟ 2 ਆਫ ਦਾ ਇੰਡੀਅਨ ਕੌਂਸਟੀਟਿਊਸ਼ਨ, ਜਿਵੇਂ ਤੁਹਾਨੂੰ ਬੋਲਿਆ, ਆਰਟੀਕਲ ਨੰਬਰ 5 ਤੋਂ ਆਰਟੀਕਲ ਨੰਬਰ 11 ਤੱਕ, ਇਹ ਡੀਲ ਕਿਹਦੇ ਨਾਲ ਕਰਦਾ ਹੈ? ਸਿਟੀਜ਼ਨਸ਼ਿਪ ਦੇ ਨਾਲ ਡੀਲ ਕਰਦਾ ਇੰਡੀਆ ਦੀ। ਕਦ ਤੋਂ? ਡੂਰਿੰਗ ਦਾ ਕਮੈਂਸਮੈਂਟ ਆਫ ਦਾ ਕੌਂਸਟੀਟਿਊਸ਼ਨ। ਦੇਖੋ, ਪਤਾ ਕਿਆ ਹੋਇਆ, ਸਾਡੇ ਕੌਂਸਟੀਟਿਊਸ਼ਨ 'ਚ ਨਾ ਸਿਰਫ ਇੰਨੀ ਗੱਲ ਲਿਖ ਦਿੱਤੀ ਗਈ ਸੀਗੀ ਕਿ ਅਸੀਂ ਤਾਂ ਬਾਈ ਸਿਰਫ ਇੰਨਾ ਤੁਹਾਨੂੰ ਦੱਸ ਰਿਹਾ ਕੌਂਸਟੀਟਿਊਸ਼ਨ 'ਚ ਕਿ ਤੁਹਾਨੂੰ ਸਿਟੀਜ਼ਨਸ਼ਿਪ ਕਿਵੇਂ ਮਿਲਣੀ ਹੈ ਅਤੇ ਕਿਵੇਂ ਡਿਪਰਾਈਵ ਹੋਣੀ ਹੈ, ਮਤਲਬ ਕਿਵੇਂ ਖੋਣੀ ਹੈ ਤੁਹਾਤੋਂ ਸਿਟੀਜ਼ਨਸ਼ਿਪ। ਲੇਕਿਨ ਬਾਕੀ ਸਾਰਾ ਕੰਮ ਇਹਨਾਂ ਨੇ ਗੌਰਮੈਂਟ ਪਰ ਛੱਡਤਾ ਸੀ। ਇਹਦਾ ਜਿਹੜਾ ਆਰਟੀਕਲ ਨੰਬਰ 11 ਹੈ ਨਾ, ਉਸ 'ਚ ਲਿਖਿਆ ਹੋਇਆ ਸਾਫ਼ ਕੌਂਸਟੀਟਿਊਸ਼ਨ ਦੇ ਕਿ ਫਿਊਚਰ ਦੇ ਵਿੱਚ ਦੇਸ਼ ਦੇ ਹਿੱਤ ਵਿੱਚ ਅਗਰ ਕੋਈ ਕੌਂਸਟੀਟਿਊਸ਼ਨ ਦਾ ਲਾਅ ਲੈ ਕੇ ਆਉਣਾ ਹੈ ਤਾਂ ਸਿਟੀਜ਼ਨਸ਼ਿਪ ਪਰ ਅਗਰ ਐਕਟ ਲੈ ਕੇ ਆਉਣਾ ਲਾਅ, ਤਾਂ ਉਹ ਪਾਰਲੀਮੈਂਟ ਹੀ ਕਰੂਗੀ। ਤੁਸੀਂ ਤभी ਸੁਣਿਆ ਹੋਣਾ ਕਿ ਹੁਣ ਪਿੱਛੇ CAA ਦਾ ਬਹੁਤ ਬੜਾ ਰੌਲਾ ਸੀ ਸਾਡੇ ਮੁਸਲਿਮ ਭਰਾਵਾਂ ਦੇ ਨਾਲ। ਉਹਦੇ ਵਿੱਚ ਨਹੀਂ ਸੀ ਨਾ ਮੈਂਸ਼ਨ, ਤੁਹਾਨੂੰ ਉਹ ਵੀ ਪੜ੍ਹਾਊਂਗਾ ਐਂਡ ਵਿੱਚ। ਮੈਂ ਉਹ ਵੀ ਵਿੱਚ ਆਪਣਾ ਕਰੰਟ ਦਾ ਇਸ਼ੂ ਉਹ ਵੀ ਮੈਂ ਵਿੱਚ ਰੱਖਿਆ ਹੋਇਆ, ਜੋ ਕਿ ਇੰਪੋਰਟੈਂਟ ਆ।
गल समझ आ गई। तो तुसी इन्नी गल याद रखनी है कि पहला पहला तो कॉन्स्टिट्यूशन में लिखा होया, लेकिन बाद विच जिन्ने भी बाद पार्लीमेंट पर सारा चीज़ छड़ दी गई कि तुसी अगे लॉ इहदे पर बना सकते हैं। गल समझ आ गई। ताही तो साडे देश के कॉन्स्टिट्यूशन दुनिया सब तो बड़ा लेंथीएस्ट कॉन्स्टिट्यूशन कहा जाता, सब तो लंबा कहा जाता, क्योंकि साडे कॉन्स्टिट्यूशन इदा लिखा भी अद्धा काम गौरमेंट अगे कर सकती है। तो सुनो, पार्ट 2 ऑफ द कॉन्स्टिट्यूशन डील विद इस नाल डील करदा, किस नाल सिटीजनशिप नाल डील करदा। पार्ट 2 है, ठीक है। ओके, कदों फोर्स विच आई सिटीजनशिप? 26 नवंबर 1949। तुसीं डेट याद रखनी है। पहला क्वेश्चन तो यही है। देखो दो क्वेश्चन बने हैं इस लाइन दे विच। पहला तो किहड़े पार्ट दी है? पार्ट 2 दी। दूसरा किहड़ी डेट नूं कमेंस हुई है? कमेंस, ठीक है, किस डेट नूं कमेंस हुई है? केम इनटू फोर्स दिस। क्लीयर? चलो अगे चलते। देखो सौखा टॉपिक बहुत आ, तुसीं बस ध्यान नाल पढ़ते जाओ। ओके, सो कॉन्स्टिट्यूशन डिस्क्राइब हू हैज़ कंसीडर्ड। कहते देखो साडी सिटीजनशिप तो पहले ही लागू हो गई सी 26 नवंबर 1949 नूं, जिवें उपर लिखिया। लेकिन क्या होया कि जदों कॉन्स्टिट्यूशन कमेंस होया, कमेंस किदन होया? 26 जनवरी 1950 नूं कॉन्स्टिट्यूशन लागू हो गया। ताई गणतंत्र दिवस मनाते ना असीं, रिपब्लिक डे। हाँ, उस दिन लिख दिता गया कि किहड़ा किहड़ा बंदा साडे देश का सिटीजनशिप होगा। देखो लिखा होया ना, किहड़ा किहड़ा बंदा, एक मिनट, किहड़ा किहड़ा बंदा साडे देश का सिटीजनशिप होगा, हाँ लिखा ना। देखो आ, देखो आ लो, क्लीयर होया। चलो अगे चलते। देखो ਆਪਾਂ ना साडे देश विच ना सिंगल सिटीजनशिप का कंसैप्ट आ। सिंगल सिटीजनशिप मतलब असी सारे इंडियन कहांदे आ ना, भावें कोई पंजाब च रहिंदा, गुजरात च रहिंदा, भावें हरियाणे च रहिंदा, किते भी रहिंदा, लेकिन आपां सारे है तां इंडियंस ना। आपां इंडियंस क्यों कहंदे अपने आप नूं? क्योंकि आपां कोल सिंगल सिटीजनशिप आ। अगर प्रधानमंत्री मोदी साहब ते राष्ट्रपति साडे, ठीक है, रामनाथ कोविंद, वो भी सिटीजनशिप आ, सिटीजन अगर साडे, तो असी भी सिटीजन ही आ, पर अपनी सिंगल सिटीजनशिप आ। तुहानूं पता कई देशों में डबल सिटीजनशिप भी हैगी, जिवें अमेरिका तुहानूं मैं पिछे पढ़ाया सी कि उत्थे स्टेट्स का एग्रीमेंट होया वा, स्टेट्स नूं हक नहीं आ अलग होण दा अपने देश तो। मतलब अपने इंडिया दे विच स्टेट्स नूं अलग होण दा हक नहीं हैगा, इसलिए उहदे सिंगल सिटीजनशिप आ। लेकिन USA दे विच या अमेरिका दे विच स्टेट्स अलग हो सकती हैं, उत्थे राइट टू ससीड हैगा है, जिस करके उत्थे डबल सिटीजनशिप आ। उत्थे हर स्टेट का अपना झंडा, हर देश का अपना कॉन्स्टिट्यूशन है, तो हर चीज़ का अपना, तो इस करके उत्थे डबल सिटीजनशिप आ। स्विट्जरलैंड भी डबल ही है, ठीक है, तुसीं ये गल याद रखनी है। हुण मेरी गल ध्यान नाल सुणो। अ परसन रिसाइडिंग विद इन द टैरेटरी ऑफ कंट्री, कहना जिहड़ा भी बंदा इंडिया दे जमीन, टैरेटरी मतलब जमीन च रहिंदा है, उन्हां कोल सिंगल सिटीजनशिप आ। गल समझ आ गई? जिवें कि तुहानूं मैं मैंशन कर दिता, ठीक है। ओके, कहंदे जिहड़े हुण देखो, हुण मेरी गल ध्यान नाल सुणो, जिहड़ा बंदा सिटीजन है इंडिया का, क्या उसनूं सारे राइट्स मिलूंगे ना, अधिकार मिलूंगे ना, मौलिक अधिकार? हाँ मिलूंगे। लेकिन कोई पाकिस्तान का बंदा अगर रह रहा है, वो भी धक्के ना रह रहा, बिना मतलब आप फ्रॉड ना रह रहा, उन्होंने ये सारियां नहीं मिलूंगियां। थानू पता गौरमेंट जॉब सिर्फ बंदा इंडिया दे विच उही भर सकता जो इंडिया का सिटीजन। क्लीयर हो गया? तो ये साडा राइट हो गया, दूसरे बंदे नहीं भर सकते। क्लीयर हो गया? इस सेंट्रल गौरमेंट हुण की कर रही है, सेंट्रल गौरमेंट कह रही है कि असी इदां दा लॉ लेके आवांगे कि वो लोग कड्ढे जाणगे विचों ਜਿਹੜੇ लोग धक्के ਨਾਲ इंडिया 'ਚ रह रहे हैं, पहला तो मतलब फ्रॉड ना रह रहे, उन्होंने इत्थों कड्ढना है। ਤਾਂ ही हल्ला ज़्यादा मचिया होया इस गल का, ठीक है। लेकिन इस नाल की होगा कि ਜਿਹੜੇ सिटीजन, असली सिटीजन जिवें असली लोग ने, अपनी अपॉर्चुनिटी ज़्यादा वध जाणगियां गौरमेंट जॉब दे लेण दे विच। क्लीयर? क्योंकि बहुत लोगों ने आधार कार्ड इदां फ्रॉड लाइन बना लए सीगे, इस करके इदां करन दी सोच रही है सेंट्रल गौरमेंट। लेकिन कोविड आने करके वो चीज़ रुक गई हुई है, हो सकता फ्यूचर 'ਚ आ जाए, ठीक है। सो ओके, सो आपां नूं मुड़ के गल ते आंदे, आपां मुड़ के अपनी सारे दे सारे राइट्स आपां नूं मिलूंगे, सारे मौलिक अधिकार सानूं मिलूंगे आपां जे अंदर रहिंदे। उरे यही गल लिखी हुई है, ठीक है। सिविक राइट मिलूंगे, पॉलिटिकल राइट आपां नूं सिर्फ असीं वोट कर सकते, पाकिस्तान वाला बंदा थोड़ा कर दूंगा वोट आके इंडिया 'ਚ, ठीक है।
सो ओके चलो नैक्सट चलते आप क्लीयर ओके अगे देखो आ देखो मैं अंडरलाइन किया जान के इंडिया ने सिंगल सिटीजनशिप कितों अडॉप्ट की है कैनेडा तो की है कैनेडा तो एक होर चीज़ की आप अडॉप्ट तुहानूं दस्सिया सी गल मैं सेंटर ज़्यादा स्ट्रोंग होगा और स्टेट्स ज़्यादा वीक होंगी तो ही सेंटर को ज़्यादा अपने इंडिया ठीक है आप अडॉप्ट किया अपना ना इंडिया अपना कॉन्स्टिट्यूशन तुम समझोगे कुछ लिखा असी वधिया वधिया चीज़ां सारी कंट्रीज़ तो चक्कियां बुरी बुरी चीज़ां छड्ड दित्तियां ते अद्धा अपना कॉन्स्टिट्यूशन बनाया समझ गए ओके क्लीयर हुई गल होर तुहानूं सब कुछ पता लग्या लैना ये पुछया जाता भी सिंगल सिटीजनशिप कित्थों लेती कैनेडा तो याद रखना है गल ओके ड्यू देखो कई कंट्रियां ड्यू सिटीजनशिप वैसे तुहानूं पढ़न की लोड़ नहीं हैगी लेकिन थोड़ी नॉलेज वास्ते पढ़ा रहा मैं तुहानूं आऊँगा नहीं पेपर च ड्यूल सिटीजनशिप थोड़ा दो लाइनां लिखियां बस मैं ठीक है फैडरल ड्यूल सिटीजनशिप कित्थे है जिथे फैडरल कंट्रीज मैं तुहानूं दस्सिया सी मतलब की हुंदा फैडरल दा कि जिहड़ी कंट्री दे विच स्टेट्स और सेंटर नूं बराबर दिता होवे मतलब पावर्स बराबर दित्ती हुण इंडिया वांग नहीं भी सेंटर को ज़्यादा पावर होगी स्टेट को घट कैनेडा वांग नहीं क्योंकि इंडिया और कैनेडा का पार्लीमेंट सेम ही है ठीक है ओके सो फैडरल कंट्री लाइक यूएसए एंड स्विट्जरलैंड देयर इज ड्यूल सिटीजनशिप उत्थे ड्यूल सिटीजनशिप है ठीक है आ गया समझ तुसी बस इन्नी गल याद रखनी ज़्यादा इशू नहीं करना ठीक है क्लीयर ओके आ देखो फिर मैं दोबारा लिखा सी जान के कि तुहानूं याद हो जाए इंडिया इज अडॉप्टेड सिंगल सिटीजनशिप फ्रॉम कैनेडा ठीक है फिर उरे लिखा हुआ मैं भी कैनेडा स्विट्जरलैंड तो लेता उरे आओ हूँ आ जगह पढ़ो देखो आर्टिकल नंबर 5 तो 11 अपना हूँ शुरू होंदा मेन ठीक है उपर जो क्वेश्चन बनते सन दस दिते उस तो बाद क्वेश्चन कोई जाऊँगा नहीं थानू भावें एनडीए उंडीए जो मर्जी दे लो ठीक है मैं एनडीए लैवल के यूपीएससी लैवल का ही थानू पढ़ा रहा ठीक है ओके देखो आर्टिकल नंबर 5 रैफर्स टू सिटीजनशिप ऑन जनवरी 26 जनवरी 1950 आर्टिकल नंबर 5 ये दसदा भी केड़ा बंदा सिटीजन आ 26 जनवरी 1950 क्योंकि इस दिन पर लिखा सी ना जिस दिन कॉन्स्टिट्यूशन कमेंस है उदन तो उस लिख दिता गया उस सीगा कि कौन कौन बंदा होगा इंडिया सिटीजन ठीक है इस ये आर्टिकल क्या प्रोवाइड करता है ऑर्डिनरी रेजिडेंट इन द टैरेटरी ऑफ इंडिया सिंस बिफोर 26 जनवरी 1950 जो पहला तो रह रहा है डीम टू सिटीजन इंडियन वो बंदा इंडियन सिटीजन होगा जो कॉन्स्टिट्यूशन कमेंस किया मतलब की है इसका कि जेड़ा बंदा 26 जनवरी 1950 तो पहला इंडिया दे विच रह रहा है क्योंकि 1947 में तो देश वंड हो गया सी है ना पाकिस्तान वंड हो गया सी वो तो 1950 के पहला रह रहे हो सारे सारे लोग इंडिया के सिटीजन होंगे ठीक है ओके कि मैं इफ आइदर ऑफ हिज पेरेंट्स वर बॉर्न टैरेटरी इन इंडिया अगर उन्हों का देखो हुण क्या होना जिमें सपोज करो लैट करो कि पहले अंग्रेजों राज से जिमें हूँ कि इंडियन आ उन्हें अंग्रेजों नाल ब्याह कराया होया तो वह रहना इंडिया चाहता तो जेड़ा बंदा होऊगा इंडियन बंदा होऊगा अगर उदा अगे बच्चा होंदा है कोई तो उन्होंने सिटीजन मिल जानी है क्योंकि उदा डैडी की है सिटीजन सी इंडिया का ओके गल क्लीयर होगी ये तुसी याद रखनी एवं उल्ट भावें जो कुड़ी जनानी हो ठीक है तो लिखे ना इफ आइदर ऑफ हिज पेरेंट्स मतलब माता या पिता दोनों कोई भी अगर इंडिया की टैरेटरी कोई जमदा है भावें उसकी नैशनैलिटी कोई भी हो पेरेंट्स की तो उस बंदे नूं क्या मिलूगी सिटीजनशिप मिल जाऊगी समझ गए ये तुसी गल याद रखनी अगे देखो दूजे नंबर पर क्या सीगा हर एवरी परसन हू और हुज फादर और मदर वाज नॉट बॉर्न इन इंडिया भावें उहदे फादर मदर नहीं जम्मे सी लेकिन वो डोमिसाइल्ड सीगे इंडियन टैरेटरी दे कदे होने पिछे ठीक है समझ आ गया भावें वो बॉर्न जिमें मान लो जिमें तुहानूं दसदा जिमें जिमें मदर टेरेसा सीगी ठीक है वो जिहड़ी सीगी एल्बर्टा नाम की कंट्री च उन्हां दा जन्म होया सीगा वो आए इंडिया के विच उरे उन्होंने सिटीजनशिप मिल गई बाय नैचुरलाइजेशन तुहानूं पढ़ाऊँगा मैं क्या होंदा नैचुरलाइजेशन अगे जाके हुण सपोज करो कि उन्होंने अगे बच्चे होंदे हुण आप तो जन्म तो उन्होंने उरे इंडिया च होया नहीं सीगा ना मदर टेरेसा का
लेकिन ਉਹ क्या कर रहे ਸੀਗੇ कि इंडिया ਦੇ ਵਿੱਚ ਡੋਮੀਸਾਈਲ ਹੋ ਗਏ ਸੀ ਕਿਉਂਕਿ ਉਹ 5 ਸਾਲ ਤੋਂ ਜ਼ਿਆਦਾ ਰਹਿ ਰਹੇ ਸੀਗੇ। ਇਸ ਕਰਕੇ ਉਹਦੇ ਬੱਚੇ ਨੂੰ ਵੀ ਮਿਲ ਜਾਣੀ ਇੰਡੀਅਨ ਸਿਟੀਜ਼ਨशिप। बस क्लीयर होगी गल। तो ਇਹਦਾ मतलब ये है। ओके ਅੱਗੇ देखो आर्टिकल प्रोवाइडेड सिटीजनशिप टू whose पेरेंट्स हु माइग्रेट टू इंडिया फ्रॉम पाकिस्तान। आर्टिकल नंबर 6 दसदा कि जिवें देश वंड हुई सी ना उस तो बाद जिहड़ा बंदा पाकिस्तान तो इंडिया आ गया सी उन्होंने भी सिटीजनशिप उन्होंने किद्दां मिलनी है, वो आर्टिकल नंबर 6 च लिखा वा। ठीक है ओके ओके। आर्टिकल नंबर 7 की लिखा है जिहड़ा बंदा पाकिस्तान तो इंडिया वापस आ गया। उरे गया सी 6 जो इंडिया पाकिस्तान तो इंडिया आ गया। उरे की है कि जो पाकिस्तान माइग्रेटेड टू पाकिस्तान जो पाकिस्तान चल गया। समझ आ गया? क्लियर क्लियर हो गया। 6 का डील करता है जो पाकिस्तान चल गया, नहीं जो पाकिस्तान तो इंडिया आ गया। 7 की डील करता है जो पाकिस्तान तो चल गया लेकिन कदे वापस आ गया इंडिया रहन लई परमानेंट। समझ गए? आर्टिकल नंबर 8 देखो ये जी आप गल्लां लिखियां वा। दिस आर्टिकल प्रोवाइडेड सिटीजन हू स्पेस ओरिजिन जो फॉरेन कंट्री च रहंदे आ लोग उन्होंने किद्दां सिटीजनशिप मिलूगी अगर दोबारा इंडिया जाके रहना चाहते हैं, वो बारे आर्टिकल 8 से लिखा हुआ है। ठीक है ये तो हुण मशहूर है सब तो आर्टिकल 8। ठीक है अज के समय के नो परसन हू इज़ वॉलंटरली एक्वायर्ड सिटीजनशिप इन फॉरेन स्टेट। कोई भी बंदा अगर किसी भी बंदे ने अगर वॉलंटरली नहीं एक्वायर की किसी भी फॉरेन स्टेट का वो इंडिया का सिटीजनशिप होगा। सपोज करो बई कोई बाहर देश गया, ठीक है कैनेडा गया तो उन्होंने सिटीजनशिप उत्थे दी नहीं मिली हैगी, लेकिन फिर उत्थे उन्होंने कोई डर नहीं होगा क्योंकि उन्होंने इंडिया की सिटीजनशिप ऑलरेडी मिली होगी। क्लीयर? देखो सिटीजनशिप ना अपने आप खत्म हो जाती है किसी देश की अगर किसी दूसरे देश की सानू सिटीजनशिप मिल जाए। सपोज करो इटली किसी इटली च गया होया बंदा या कैनेडा गया उन्होंने सिटीजनशिप मिल गई तो साड़ी इंडिया की सिटीजनशिप ऑटोमैटिकली टर्मीनेट हो जानी, मतलब खत्म हो जानी है। ठीक है। एवरी परसन हू इज़ डीम्ड सिटीजन इन इंडिया शैल कंटिन्यू सच ए सिटीजन सब्जैक्ट टू प्रोविजनस ऑफ लॉ मेड बाय पार्लीमेंट। 10 कहते वो बंदे मिलूगी जिमें जिमें पार्लीमेंट ने लॉ बनाया। ठीक है जिवें हुण CA आया सी पार्लीमेंट जिद्दां दा लॉ बनाया उवें लोकां नूं सिटीजनशिप मिल जानी है, गल खत्म आ। आर्टिकल नंबर 11 ये पार्लीमेंट शैल है पावर। वही तुहानूं दस्सिया सीगा कि पहला तो आर्टिकल नंबर 10 तक तो लिखता कॉन्स्टिट्यूशन कि किनू किनू किमें किमें मिलूगी, लेकिन आर्टिकल नंबर 11 च मैंशन कर दिता गया कि पार्लीमेंट अगे लॉ बनाएगी। ठीक है क्लीयर? तो यही अगे लिखा हुआ है देखो इन द एक्सरसाइज ऑफ दिस पावर। तो इस पावर नूं एक्सरसाइज करते पार्लीमेंट ने कई लॉ कड्डे आ जिमें पार्लीमेंट सिटीजनशिप एक्ट 1955 कड्डे है ना ऐदा ऐदा। हुण मेरी गल ध्यान नाल सुणो, चंगी तरह सुणो। हुण आपां अगे पढ़ना है। देखो बई सानू सिटीजनशिप किद्दां मिल सकती है ये चीज़ तुसीं पढ़नी है। ठीक है क्लीयर हो गया? एक मिनट रुको। ओके आ देखो पहला की लिखा वा सानू थानू ना उपर जोड़ा हूँ मैं आप पढ़िया सीगा सारा कुछ मैं पहले दस देना, तुम उनके घबराओ ना भी क्या क्या पढ़ना। आ कुछ पढ़ने की थानू लोड़ नहीं है, थानू आऊँगा नहीं भी किहड़े आर्टिकल च क्या लिखा। मैं गारंटी दिंदा थानू नहीं आऊँगा, ये सिर्फ थोड़ी नॉलेज बारे लिखा सीगा ताकि थानू सब कुछ पता लग जाए। ठीक है आई गल समझ? तो ये नहीं याद करने की लोड़ हैगी, तुसीं बस याद नहीं रखना भी की है। थानू ना एंडी जी भी नहीं आऊँगी कि आ चीज़ थानू पेपर च आऊँगी आ वाली। हुण उपर जी उपर इस तो पहला लिखा है वो क्या पेपर च आऊँगी वो भी याद करना। ठीक है बस बिच वाला नहीं याद करना। सानू देखो होया क्या कि हुण पार्लीमेंट नूं पावर दे दी 11 च। ठीक है कि तुसीं लॉ बना सकते हैं। तो पार्लीमेंट ने पहला लॉ बनाया सिटीजनशिप एक्ट 1955 ये बनाया। इस ने क्या क्या लिखा कि किसी भी बंदे नूं बर्थ जिहदा कोई जन्म होया उहदे राहीं मिल सकती, अगर कोई जिमें जम्मिया उन्होंने मिल जानी है। डिसेंट उहदा फादर मदर भावें तो जम्मिया होवे। रजिस्ट्रेशन ना मिल सकती कोई जिमें हुण किसी ना कोई ब्याह करा लवे, जिमें हुण अगर कोई इंडियन बंदा कोई फॉरेन कंट्री कुड़ी नाल ब्याह करा लवे तो फॉरेन कुड़ी नूं इंडिया की सिटीजनशिप ऑटोमैटिकल मिल जानी है। तो रजिस्ट्रेशन
ਇਨਕੋਰਪੋਰੇਸ਼ਨ ਨੂੰ ਟੈਰੀਟਰੀ ਇੰਡੀਆ ਕਿਸੇ ਕੰਟਰੀ ਦਾ ਅਟੈਕ ਕਰਕੇ, ਚਾਈਨਾ ਨੇ ਅਟੈਕ ਕਰਕੇ ਉੱਥੇ ਦੀ ਕੰਟਰੀ ਖੋਲ੍ਹ ਲਵੇ, ਉੱਥੇ ਦੀ ਮਤਲਬ ਕੰਟਰੀ ਨਹੀਂ, ਆਈ ਮੀਨ ਟੂ ਸੇ ਕਿਸੇ ਕੋਈ ਸਟੇਟ ਖੋਲ੍ਹ ਲਵੇ, ਹੈ ਨਾ, ਜਿਵੇਂ ਵੁਹਾਨ ਹੀ ਖੋਲ੍ਹ ਲਵੇ, ਠੀਕ ਹੈ। ਨੈਚੁਰਲਾਈਜੇਸ਼ਨ ਜਿਵੇਂ ਮਦਰ ਟੈਰੇਸਾ ਨੇ ਲਿੱਤੀ ਸੀ। ਤਾਂ ਤੁਸੀਂ ਯਾਦ ਰੱਖਣਾ ਕਿ ਕਿਵੇਂ ਕਿਹੜੇ ਤਰੀਕੇ ਦੇ ਨਾਲ ਸਾਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਤਾਂ ਆਹ 1 2 3 4 5 ਤਰੀਕੇ ਨੇ ਕਿ ਇਹਦੇ ਨਾਲ ਸਾਨੂੰ ਮਿਲ ਸਕਦੀ। ਤੁਹਾਨੂੰ ਨਾ ਸਿਰਫ ਇਹ ਪੁੱਛਿਆ ਜਾਊਗਾ ਤੁਹਾਨੂੰ ਕਿਹੜੇ ਤੁਹਾਨੂੰ 4 ਆਪਸ਼ਨ ਦਿੱਤੇ ਜਾਣਗੇ, ਉਹਦੇ 3 ਸਹੀ ਹੋਣਗੇ, ਗਲਤ ਕਹੋਗੇ, ਐਦਾਂ ਤੁਹਾਡਾ ਕੁਐਸਚਨ ਬਣੂਗਾ ਪੇਪਰ 'ਚ, ਠੀਕ ਹੈ। ਆਇਆ ਸਮਝ? ਚਲੋ ਨੈਕਸਟ ਚੱਲਦੇ ਹਾਂ। ਦੇਖੋ ਲॉस ਕਿੱਦਾਂ ਹੋਊਗੀ ਇੰਡੀਆ, ਹੁਣ ਇੰਡੀਆ ਖੋ ਵੀ ਤਾਂ ਸਕਦਾ ਸਿਟੀਜ਼ਨਸ਼ਿਪ। ਰੀਐਨੇਸਾਈਜੇਸ਼ਨ, ਟਰਮੀਨੇਸ਼ਨ, ਡਿਪਰਾਈਜੇਸ਼ਨ, ਦੈਟਸ ਇਟ। ਕਲੀਅਰ ਹੋ ਗਿਆ? ਨਹੀਂ ਕਲੀਅਰ ਹੋ ਗਿਆ ਤਾਂ ਤੁਸੀਂ ਇਹ ਗੱਲ ਯਾਦ ਰੱਖੋ, ਤੁਹਾਨੂੰ ਪੜ੍ਹਾਉਣ ਦਾ ਵੀ ਮਤਲਬ ਕਿਆ ਹੈ। ਦੇਖੋ ਆਹ ਚੀਜ਼ ਜਿਹੜੀ ਮੈਂ ਲਿਖੀ ਹੋਈ ਜਿਹੜੀ ਵਿੱਚ ਵਾਲੀ ਆਹ ਵਾਲੀ ਇਹ ਨਾ ਉਹੀ ਬੱਚੇ ਪੜ੍ਹਨ ਜਿਹੜੇ ਬੱਚਿਆਂ ਨੇ ਥੋੜ੍ਹਾ ਜਿਹਾ ਜ਼ਿਆਦਾ ਹੀ ਹਾਈ ਲੈਵਲ ਦਾ ਪੇਪਰ ਦੇਣਾ। ਅਗਰ ਕਿਸੇ ਨੇ ਨਾਇਬ ਤਹਿਸੀਲਦਾਰ ਦਾ ਪੇਪਰ ਦੇਣਾ, ND ਵਾਲੇ ਬੱਚਿਆਂ ਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ, ਨਾ ਹੀ ਪੰਜਾਬ ਪੁਲਿਸ ਵਾਲਿਆਂ ਨੂੰ ਲੋੜ ਆ। ਸਿਰਫ ਉਹੀ ਮੈਂ ਤਾਂ ਹੀ ਨੋਟ 'ਚ ਰੱਖਦਾ ਨਾ ਤਾਂ ਕਿ ਹੋਰ ਬੱਚਿਆਂ ਨੂੰ ਵੀ ਫਾਇਦਾ ਹੋਵੇ, ਉਹਨਾਂ ਨੂੰ ਪੜ੍ਹਨ। ਤਾਂ ਆਪਣੀ ਨੌਲੇਜ ਲਈ ਇਹਨਾਂ ਨੂੰ ਪੜ੍ਹ ਲਿਓ, ਬਾਕੀ ਇਹਨੂੰ ਸਿਰਫ ਉਹੀ ਯਾਦ ਕਰਨ ਦੀ ਲੋੜ ਆ ਉੱਪਰ ਵਾਲਾ, ਇਹਨੂੰ ਲੋੜ ਮੈਂ ਨੋਟਸ ਵੀ ਦਊਂਗਾ। ਆ ਦੇਖੋ ਸਭ ਕੁਝ ਲਿਖਿਆ ਹੋਇਆ ਮੈਂ, ਕਿੰਨੇ ਸਾਲ ਤੱਕ ਰਹਿਣਾ ਪੈਣਾ ਉਹਨੂੰ, ਕੀ ਹੈਗਾ ਆਪਣਾ, ਸਾਰਾ ਪੜ੍ਹ ਲਿਓ, ਠੀਕ ਹੈ। ਐਂ ਕਰਦੇ ਮੈਂ ਪੜ੍ਹਾਇਆ ਦਿੰਦਾ ਤੁਹਾਨੂੰ, ਇੱਕ ਵਾਰ ਦੇਖ ਲਓ ਚੰਗੀ ਤਰ੍ਹਾਂ, ਹਲਕਾ ਕਿਆ ਪਤਾ ਕਿਸਮਤ ਮਾੜੀ ਹੋਵੇ ਤਾਂ ਕੁਐਸਚਨ ਆ ਵੀ ਸਕਦਾ, ਸੋ ਆਪਾਂ ਕਹਿ ਸਕਦੇ। ਬਾਏ ਬਰਥ ਮਿਲ ਸਕਦੀ ਹੈ, ਕਿਵੇਂ? ਕੋਈ ਬੰਦਾ ਅਗਰ 26 ਜਨਵਰੀ 1950 ਨੂੰ ਜੰਮਿਆ, ਜੋ ਉਸ ਤੋਂ ਬਾਅਦ ਜੰਮਿਆ ਹੋਊਗੀ, ਇਹ ਤੋਂ 26 ਜਨਵਰੀ 1950 ਤੋਂ ਪਹਿਲਾਂ ਵਾਲੀ ਤਾਂ ਕੌਂਸਟੀਟਿਊਸ਼ਨ 'ਤੇ ਲਿਖ ਦਿੱਤੀ ਗਈ ਸੀ ਨਾ, ਉਸ ਤੋਂ ਬਾਅਦ ਦੀ ਗੱਲ ਹੋਣੀ ਹੁਣ ਸਾਰੀ। ਅਤੇ 1 ਜੁਲਾਈ 1987 ਤੋਂ ਪਹਿਲਾਂ, ਇਹ ਡੇਟਸ ਯਾਦ ਨਹੀਂ ਕਰਨੀਆਂ ਹੈਗੀਆਂ, ਤੁਸੀਂ ਇੰਨਾ ਯਾਦ ਰੱਖਣਾ ਬਸ ਕਿ ਉਦੋਂ ਇਹ ਵੀ ਨਹੀਂ ਦੇਖਿਆ ਜਾਂਦਾ ਸੀ ਕਿ ਪੇਰੈਂਟਸ ਦੀ ਨੈਸ਼ਨੈਲਿਟੀ ਹੈ ਵੀ ਹੈ ਜਾਂ ਨਹੀਂ, ਇਰਰਿਸਪੈਕਟਿਵ। ਦੇਖ ਲਓ ਉਰੇ ਜਨਸੰਖਿਆ ਵਧੀ ਨਾ ਹੁਣ ਯਾਰ ਵਧਣੀ ਹੋ, ਹੁਣ ਜਿਵੇਂ ਹੁਣ ਯਾਰ ਪੇਰੈਂਟਸ ਦੀ ਨਹੀਂ ਦੇਖੀ, ਬੰਦਾ ਜੰਮਿਆ, ਹੁਣ ਬਾਹਰ ਦੇ ਕੋਈ ਅੰਗਰੇਜ਼ ਅਗਰ ਇੰਡੀਆ 'ਚ ਉਸ ਸਮੇਂ ਰਹੇ ਤਾਂ ਬੱਚਾ ਜੰਮ ਗਿਆ ਤਾਂ ਉਹ ਵੀ ਸਿਟੀਜ਼ਨਸ਼ਿਪ ਉਹ ਵੀ ਲੈ ਜੂਗੇ ਸਿਟੀਜ਼ਨਸ਼ਿਪ, ਹੈ ਨਾ। ਜਿਵੇਂ ਅੱਜ ਕੱਲ੍ਹ UK ਦੇ ਵਿੱਚ ਇਹੀ ਚੱਲਦਾ ਪਿਆ, ਅਗਰ ਉੱਥੇ ਜਾ ਕੇ ਬੱਚਾ ਕਿਸੇ ਦਾ ਹੋ ਜਾਵੇ ਜਾਂ ਬੇਬੀ ਹੋ ਜਾਵੇ ਤਾਂ ਉੱਥੇ ਦੇ ਪੇਰੈਂਟਸ ਨੂੰ ਵੀ ਨਾਲ ਮਿਲ ਜਾਂਦੀ। ਤਾਂ ਉਹੀ ਗੱਲ ਇੰਡੀਆ ਸੀ, ਉਰੇ ਪਹਿਲਾਂ ਹੀ ਬਹੁਤ ਜ਼ਿਆਦਾ ਪਾਪੂਲੇਸ਼ਨ ਸੀ, ਉਰੇ ਹੋਰ ਵਧਾ ਦਿੱਤੀ ਇਹਨਾਂ ਨੇ, ਕਿੰਨੇ ਬੇਕਾਰ ਕੰਮ ਕਰੇ ਸਟਾਰਟਿੰਗ 'ਚ ਨਾ ਇਹਨਾਂ ਨੇ। 1987 ਤੋਂ ਬਾਅਦ ਇਹ ਕਹਿ ਦਿੱਤਾ ਗਿਆ, ਉਹਦਾ ਥੋੜ੍ਹੀ ਅਕਲ ਆ ਗਈ ਇਹਨਾਂ ਨੂੰ, ਠੀਕ ਹੈ, ਕਿ ਦੋਨਾਂ ਵਿੱਚੋਂ ਇੱਕ ਪੇਰੈਂਟਸ ਤਾਂ ਸਿਟੀਜ਼ਨ ਹੋਣਾ ਚਾਹੀਦਾ ਇੰਡੀਆ ਦਾ ਕਿਸ ਸਮੇਂ ਜਿਸ ਸਮੇਂ ਬੱਚੇ ਦਾ ਜਨਮ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਥੋੜ੍ਹੀ ਹੋਰ ਜ਼ਿਆਦਾ ਅਕਲ ਆ ਗਈ ਇਹਨਾਂ ਨੂੰ, ਠੀਕ ਹੈ। 3 ਦਸੰਬਰ 1904 ਦੇ ਵਿੱਚ 2004 ਦੇ ਬਾਅਦ ਉਹ ਬੰਦਾ ਸਿਟੀਜ਼ਨਸ਼ਿਪ ਹੋਊਗਾ ਇੰਡੀਆ ਦਾ ਜਿਹਦੇ ਦੋਨੇ ਮਾਤਾ ਪਿਤਾ ਇੰਡੀਅਨ ਸਿਟੀਜ਼ਨ ਹੋਣਗੇ। ਕਦੋਂ? ਜਦੋਂ ਟਾਈਮ ਆਉ ਬਰਥ ਦਾ। ਸਮਝ ਆ ਗਿਆ? ਇਹ ਸੀਗਾ। ਲੇਕਿਨ ਤਾਂ ਉਹੀ ਗੱਲ ਤਾਂ ਉਹੀ ਹੋ ਗਈ ਨਾ ਕਿ ਪਹਿਲਾਂ ਤਾਂ ਇਹਨਾਂ ਨੂੰ ਉਰੇ ਗੰਦ ਪਾ ਦਿੱਤਾ ਸੀ ਨਾ, ਠੀਕ ਹੈ, ਓਕੇ। ਇਹ ਆਪਣੀ ਗੌਰਮੈਂਟ ਦੇਖ ਲਓ, ਸ਼ੁਰੂ ਤੋਂ ਹੀ ਬੁਰਾ ਹਾਲ ਹੈ ਇਹਨਾਂ ਦਾ, ਕੋਈ ਚੱਜ ਦਾ ਨਹੀਂ ਹੈਗਾ। ਡੀਸੈਂਟ ਪਰਸਨ ਬੋਰਨ ਆਊਟਸਾਈਡ ਇੰਡੀਆ ऑन और आफ्टर 26 जनवरी 1950 और 10 दिसंबर 1992 इफ़ इज़ फादर डिसेंट किया सी, मतलब जो बाहर जमदा लेकिन फादर मदर का होवे, है ना। इफ़ इज़ फादर वाज सिटिंग इन इंडिया एट द टाइम ऑफ बर्थ, क्लियर हो गया। इफ़ आफ्टर 10 दिसंबर 1992 इफ़ आइदर ऑफ हिज पेरेंट्स वाज इंडियन सिटीजन। समझ आ गया? उरे थोड़ी इनू घट अकल आई सी, उरे थोड़ी मतलब कि पहला क्या ਸੀ कि सिर्फ फादर होना चाहिए, है ना। ਇੱਥੇ ਵੀ ਥੋੜੀ ਪਾਪੂਲੇਸ਼ਨ ਵਧਾਉਣ 'ਚ ਹੋਈ ਹੈ, ਮਤਲਬ ਥੋੜ੍ਹਾ ਜਿਹਾ ਟਾਈਟ ਸੀਗਾ, ਮਤਲਬ ਇੰਨਾ ਜ਼ਿਆਦਾ ਉਹਦੇ ਬੇਕਾਰ ਕੰਮ ਨਹੀਂ ਕੀਤਾ ਸੀ। ਲੇਕਿਨ ਜਦੋਂ ਆਹ ਲਿਖਿਆ ਨੇ, ਆਹ ਵਾਲੀ ਚੀਜ਼, ਆਹ ਵਾਲੀ ਇੱਧਰ ਵਾਲੇ, ਇੱਥੇ ਇਹਨਾਂ ਨੇ ਪਾਪੂਲੇਸ਼ਨ ਵਧਾਤੀ। ਫਿਰ ਤੁਹਾਨੂੰ ਜਿਵੇਂ ਆਪ ਦਿਖ ਰਿਹਾ ਹੋਣਾ ਕਿ ਇਹਨਾਂ ਨੇ ਖਿਆਲ ਲਿਖਿਆ ਹੋਇਆ ਕਿ 10 ਦਸੰਬਰ 1992 ਨੂੰ ਦੋਨਾਂ 'ਚੋਂ ਕੋਈ ਵੀ ਪੇਰੈਂਟਸ ਅਗਰ ਇੰਡੀਅਨ ਸਿਟੀਜ਼ਨ ਹੋਏ ਤਾਂ ਜਾ ਕੇ ਸਿਟੀਜ਼ਨਸ਼ਿਪ ਮਿਲੂਗੀ। ਇਹ ਵੀ ਉਰੇ ਗੰਦ ਪਾਤਾ ਇਹਨਾਂ ਨੇ। ਲੇਕਿਨ 2004 'ਚ ਇਹਨਾਂ ਨੂੰ ਥੋੜ੍ਹੀ ਹੁਣ ਅਕਲ ਆ ਗਈ ਹੋਈ। ਦੇਖੋ ਉਰੇ ਪਹਿਲਾਂ ਢਿੱਲਾ ਕਰਿਆ ਸੀ ਕਿ ਹੁਣ ਟਾਈਟ ਕਰਦਾ, ਹੁਣ ਫੇਰ ਢਿੱਲਾ ਕਰੂੰਗੇ। नॉट रजिस्टर्ड विद इन 1 ईयर ही इज़ नॉट कंसीडर्ड इंडियन सिटीजन, ठीक है। अगर कोई बंदा 1 साल ਦੇ ਵਿੱਚ अगर रजिस्टर नहीं करांदा ਤਾਂ ਉਹ सिटीजनशिप नहीं होगा, ठीक है। इफ परसन डज नॉट रीनाउंस सिटीजनशिप ऑफ अनदर कंट्री गॉट बाय डिसेंट 6 मंथ, अगर कोई बंदा दूजे दी
दूजी स्टेट की दूजी कंट्री की सिटीजनशिप नहीं छड्डदा, ठीक है, तो उन्होंने ऑटोमैटिक 6 मंथ के बाद इंडियन सिटीजनशिप भी उसकी लॉस हो जानी, ठीक है, लॉस हो जानी। क्लीयर हो गया, तुसीं इन्नी गल याद रखनी। देखो ये मैं थोड़ा क्यों पढ़ाना शुरू किया, उसका कारण सीगा देखो ਹੁਣ ਜਿਹੜੇ ਪੰਜਾਬ ਹੋਰ ਚੀਜ਼ਾਂ ਦੇ ਬੱਚੇ ਨੇ, ਹੋਰ ਐਨਡੀ ਉਂਡੀ ਸਭ ਉਹਨਾਂ ਨੂੰ ਨਾ ਰਜਿਸਟ੍ਰੇਸ਼ਨ ਅਤੇ ਨੈਚੁਰਲਾਈਜੇਸ਼ਨ ਯਾਦ ਕਰਨ ਦਾ ਲੋੜ ਆ, ਇਸ ਲਈ ਮੈਂ ਲਿਖਿਆ ਸੀਗਾ। ਉਰੇ ਹੁਣ ਸਭ ਨੇ ਯਾਦ ਕਰਨਾ। ਕੈਨ ਐਕਵਾਇਰ ਸਿਟੀਜ਼ਨਸ਼ਿਪ ਰਜਿਸਟਰਿੰਗ ਬਿਫੋਰ ਪ੍ਰਸਕ੍ਰਾਈਬਿੰਗ ਅਥਾਰਟੀ ਆਰਡੀਨਰੀ ਸਾਈਡਿੰਗ 7 ਹੋਲਸ ਪਰਸਨ ਆਫ ਇੰਡੀਅਨ ਰੀਜਨ। ਘੱਟੋ ਘੱਟ 7 ਸਾਲ ਨੂੰ ਰਹਿਣਾ ਪੈਣਾ। ਅਗਰ ਕਿਸੇ ਬੰਦੇ ਨਾਲ ਮੈਰਿਡ ਹੁੰਦਾ ਹੈ ਸਿਟੀਜ਼ਨ ਇੰਡੀਆ ਦਾ, ਤਾਂ ਉਸ ਜਿਸ ਜਨਾਨੀ ਜਾਂ ਬੰਦੇ ਨਾਲ ਫੋਰਨ ਬੰਦੇ ਨਾਲ ਉਹਦੀ ਮੰਨ ਲਓ ਜਿਵੇਂ ਕਿ ਕੋਈ ਬੰਦਾ ਹੈ ਉਹ ਬਾਹਰਲੀ ਕੁੜੀ ਨਾਲ ਵਿਆਹ ਕਰਾ ਲੈਂਦਾ, ਅਗਰ ਉਹ ਬਾਹਰਲੀ ਕੁੜੀ ਇੰਡੀਆ 'ਚ ਰਹਿਣਾ ਚਾਹੁੰਦੀ ਹੈ ਤਾਂ ਉਹਨੂੰ ਘੱਟੋ ਘੱਟ 7 ਸਾਲ ਰਹਿਣਾ ਪੈਣਾ, ਤਾਂ ਉਹਨੂੰ ਸਿਟੀਜ਼ਨਸ਼ਿਪ ਮਿਲੂਗੀ। ਸਮਝ ਗਏ? ਐਗਜ਼ੈਂਪਲਾਂ ਤੁਹਾਨੂੰ ਜ਼ਿਆਦਾ ਸਮਝ ਆਊਗਾ, ਐਗਜ਼ੈਂਪਲਸ ਦੇ ਕੇ ਸਮਝਾ ਰਿਹਾ, ਠੀਕ ਹੈ। ਹੁਣ ਦੇਖੋ ਅੱਗੇ ਦੇਖੋ, ਜਿਹਨੇ ਰਜਿਸਟਰ ਕੀਤਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਅਗਰ ਓਵਰਸੀਜ਼ ਕੋਈ ਰਹਿ ਰਿਹਾ ਸਾਡਾ, ਜਿਵੇਂ ਬਾਹਰ ਕਿਸੇ ਨੂੰ ਕੰਟਰੀ 'ਚ ਸਿਟੀਜ਼ਨਸ਼ਿਪ ਮਿਲੇਗੀ, ਉਸ ਤੋਂ ਬਾਅਦ ਉਹ ਦੁਬਾਰਾ ਇੰਡੀਆ ਜਾਣਾ ਚਾਹੁੰਦਾ ਤਾਂ ਉਹਨੂੰ ਘੱਟੋ ਘੱਟ 5 ਸਾਲ ਰਹਿਣਾ ਪੈਣਾ। 5 ਸਾਲ ਰਹਿਣ ਤੋਂ ਬਾਅਦ ਜਦੋਂ 12 ਮਹੀਨੇ ਰਹਿ ਜੂਗੇ ਉਹਦੇ 5 ਸਾਲ ਮੁੱਕਣ ਨੂੰ, ਤਾਂ ਉਹਨੂੰ ਐਪਲੀਕੇਸ਼ਨ ਆਪਣੀ ਦੇਣੀ ਪੈਣੀ ਹੈ, ਠੀਕ ਹੈ। ਮਾਈਨਰ ਚਿਲਡਰਨ ਆਫ ਪਰਸਨ ਹੋ ਸਿਟੀਜ਼ਨ, ਕੋਈ ਮਾਈਨਰ ਬੱਚਾ ਜੰਮਦਾ ਹੈ ਨਾ, ਉਹ ਜਿਵੇਂ ਇਟਲੀ 'ਚ ਕਿਸੇ ਦਾ ਇਟਲੀ ਹੈ, ਜਿਵੇਂ ਨਾ ਇਟਲੀ ਜਾ ਕੇ ਕਿਸੇ ਦਾ ਬੱਚਾ ਬੇਬੀ ਹੁੰਦਾ, ਉਹ ਚਾਹੁੰਦੇ ਵੀ ਉਹਨੂੰ ਉਹਦੀ ਬੇਬੀ ਨੂੰ ਇੰਡੀਆ 'ਚ ਸਿਟੀਜ਼ਨਸ਼ਿਪ ਮਿਲ ਜਾਵੇ, ਤਾਂ ਉਹਨੂੰ ਰਜਿਸਟ੍ਰੇਸ਼ਨ ਦੇ ਥਰੂ ਕਰਾਉਣਾ ਪੈਣਾ ਸਭ ਕੁਛ, ਠੀਕ ਹੈ। ਇਹ ਤੁਸੀਂ ਗੱਲਾਂ ਸਾਰੀ ਯਾਦ ਕਰਨੀ ਹੈ, ਠੀਕ ਹੈ। ਅੱਗੇ ਦੇਖੋ, ਥੋੜ੍ਹਾ ਤੇਜ਼ ਚੱਲਦਾ ਮੈਂ ਕਿਉਂਕਿ ਇਹ ਜ਼ਿਆਦਾ ਇੰਨਾ ਇੰਪੋਰਟੈਂਟ ਜਿਹਾ ਨਹੀਂ ਆ ਰਿਹਾ। ਤੁਸੀਂ ਬਸ ਚਲੋ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦੇਖੋ ਤੁਸੀਂ ਨਾ ਇਹ ਚੀਜ਼ਾਂ ਪੜ੍ਹਨੀਆਂ ਨਹੀਂ ਹੈਗੀਆਂ। ਦੇਖੋ ਮੈਂ ਤੁਹਾਡਾ ਕਿਉਂ ਟਾਈਮ ਵੇਸਟ ਕਰਾਂ, ਤੁਸੀਂ ਵੀ ਪੜ੍ਹਨ 'ਚ ਲਗਾਓਗੇ। ਆਹ ਕੁਛ ਪੜ੍ਹਨ ਦੀ ਲੋੜ ਨਹੀਂ ਤੁਹਾਨੂੰ, ਸਿਰਫ ਆਹ ਚੀਜ਼ਾਂ ਜਿਹੜੀ ਉੱਪਰ ਵਾਲੀਆਂ ਪੜ੍ਹਨ ਦੀ ਲੋੜ ਸੀ, ਆਹ ਵਾਲੀਆਂ ਜਿਹੜੀ ਤੁਹਾਨੂੰ ਮੈਂ ਕਹੀਆਂ ਪਹਿਲਾਂ, ਠੀਕ ਹੈ। ਥੱਲੇ ਪੜ੍ਹਨ ਦੀ ਕੋਈ ਲੋੜ ਨਹੀਂ ਹੈਗੀ, ਮੈਂ ਵੈਸੇ ਹੀ ਲਿਖਿਆ ਹੈ, ਠੀਕ ਹੈ। ਟਰਮੀਨੇਸ਼ਨ ਲਾਸ ਕਿੱਦਾਂ ਹੋਊਗੀ ਤੁਹਾਡੀ ਸਿਟੀਜ਼ਨਸ਼ਿਪ, ਹੈ ਨਾ। ਅਗਰ ਵਲੰਟਰਲੀ ਅਗਰ ਤੁਸੀਂ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਲਓਗੇ ਤਾਂ ਤੁਹਾਨੂੰ ਆਪਣੀ ਛੱਡਣੀ ਪੈਣੀ ਹੈ। ਕਲੀਅਰ? ਇਹ ਕੰਸੈਪਟ ਆ। ਟਰਮੀਨੇਸ਼ਨ ਮਤਲਬ ਤੁਹਾਡੀ ਆਪਣੇ ਆਪ ਟਰਮੀਨੇਟ ਕਰ ਦਿੱਤੀ ਜਾਣੀ ਹੈ ਜਾਂ ਤੁਸੀਂ ਹੋਰ ਕੰਟਰੀ ਤੋਂ ਸਿਟੀਜ਼ਨਸ਼ਿਪ ਮਿਲ ਜਾਣੀ ਹੈ। ਅਤੇ ਡਿਪਰਾਈਵੇਸ਼ਨ ਮਤਲਬ ਕੀ ਹੈ, ਅਗਰ ਤੁਸੀਂ ਫਰੋਡ ਕੀਤਾ, ਅਗਰ ਦੇਸ਼ ਦੇ ਖਿਲਾਫ ਬੋਲ ਰਹੇ ਆ, ਦੇਸ਼ ਦੇ ਹਿੱਤ 'ਚ ਨਹੀਂ ਗੱਲ ਕਰ ਰਹੇ, ਦੇਸ਼ ਦੇ ਕੁਛ ਗਲਤ ਕਹਿ ਰਹੇ ਆ, ਤਾਂ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਉਹ ਵੀ ਖੋਹ ਲਈ ਜਾਣੀ ਹੈ, ਠੀਕ ਹੈ। ਸੈਂਟਰ ਗੌਰਮੈਂਟ ਖੋਹ ਸਕਦੀ ਆ, ਇਸ ਕਰਕੇ ਬਚ ਕੇ ਹੀ ਚੀਜ਼ਾਂ ਕਰੇ ਕਰੋ, ਠੀਕ ਹੈ। ਓਕੇ, ਹੁਣ ਦੇਖੋ ਮੈਂ ਤੁਹਾਨੂੰ ਮੇਨ ਚੀਜ਼ ਪੜ੍ਹਾਉਂਦਾ, ਅਸੀਂ ਐਂਡ 'ਚ ਪੜ੍ਹਨਾ ਹੈ ਆਹ ਵਾਲਾ ਪੁਆਇੰਟ। ਜਿੰਨਾ ਤੁਹਾਨੂੰ ਮੈਂ ਪੜ੍ਹਨ ਨੂੰ ਅਸੀਂ ਉਨਾ ਹੀ ਪੜ੍ਹਨਾ ਇਹਦੇ ਵਿੱਚ। ਦੇਖੋ ਤੁਹਾਨੂੰ ਜਿਵੇਂ ਪਤਾ ਕਿ 19 ਦੇ ਵਿੱਚ ਆਪਣੀ ਸੈਂਟਰ ਗੌਰਮੈਂਟ ਲਾਅ ਲੈ ਕੇ ਆਈ ਸੀ, ਉਸ ਲਾਅ ਦੇ ਵਿੱਚ ਦੇਖੋ ਮੈਂ ਤੁਹਾਨੂੰ ਪੜ੍ਹਾਉਣ ਦਾ ਕਿਆ ਪੰਗਾ ਪਿਆ, ਕਿਉਂ ਇੰਨਾ CAA ਕਿਹਨੂੰ ਕਿਹਾ ਜਾਂਦਾ, ਸਿਟੀਜ਼ਨ ਅਮੈਂਡਮੈਂਟ ਬਿੱਲ ਨੂੰ ਕਿਹਾ ਜਾਂਦਾ CAA, ਠੀਕ ਹੈ। ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਕਿਉਂ ਰੌਲਾ ਇੰਨਾ ਜ਼ਿਆਦਾ ਪਿਆ। ਦੇਖੋ ਤੁਹਾਨੂੰ ਪੜ੍ਹਾਉਣਾ, ਦੇਖੋ ਕਿੰਨਾ ਡਿਸਕ੍ਰਿਮੀਨੇਸ਼ਨ ਕੀਤਾ। ਦੇਖੋ ਕਹਿਣਾ ਤਾਂ ਚਾਹੀਦਾ ਨਹੀਂ ਕਿ ਸੈਂਟਰ ਗੌਰਮੈਂਟ ਨੂੰ, ਲੇਕਿਨ ਸਾਡੇ ਮੁਸਲਿਮ ਭਰਾਵਾਂ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਸੀ। ਜੋ ਵੀ ਪੜ੍ਹ ਰਿਹਾ ਉਹ ਆਪਣੇ ਆਪ ਦੇਖ ਲਓ ਕੀ ਲਿਖਿਆ ਸੀ ਇਸ ਵਿੱਚ, ਜੋ 19 'ਚ ਆਇਆ ਸੀ। ਕਹਿੰਦੇ ਸੈਂਟਰ ਗੌਰਮੈਂਟ ਨੇ ਲਿਖਿਆ ਕਿ ਇਹ ਐਕਟ ਸਿਰਫ ਉਹਨਾਂ ਲਈ ਆ ਜਿਹੜੇ ਪ੍ਰੋਸੀਕਿਊਟਡ ਆ। ਪ੍ਰੋਸੀਕਿਊਟਡ ਮਤਲਬ ਜਿਨ੍ਹਾਂ 'ਤੇ ਅਤਿਆਚਾਰ ਹੋ ਰਹੇ ਆ। ਕਿਹੜੇ ਕਿਹੜੇ ਦੇਸ਼ਾਂ ਵਿੱਚ ਅਤਿਆਚਾਰ ਹੋ ਰਹੇ ਆ? ਅਫਗਾਨਿਸਤਾਨ, ਬਾਂਗਲਾਦੇਸ਼, ਪਾਕਿਸਤਾਨ 'ਚ। ਕੌਣ ਕੌਣ ਆ? ਹਿੰਦੂ, ਸਿੱਖ, ਬੁੱਧਿਸਟ, ਜੈਨ, ਪਾਰਸੀ, ਕ੍ਰਿਸਚਨ। ਦੇਖੋ ਸਾਰੀ ਕੈਟੇਗਰੀ ਇੰਡੀਆ ਦੀ ਲਿਖੀਆਂ ਗਈਆਂ, ਲੇਕਿਨ ਉਹ ਮੁਸਲਿਮ ਨਹੀਂ ਲਿਖਿਆ ਇਹਨਾਂ ਨੇ। ਪ੍ਰੋਬਲਮ ਇੱਥੇ ਹੋਈ ਆ। ਕਿਹੜੇ ਕਿਹੜੇ 3 ਦੇਸ਼ਾਂ 'ਚ? ਅਫਗਾਨਿਸਤਾਨ। ਇਹ ਤੁਸੀਂ ਯਾਦ ਰੱਖਣਾ। ਤੁਸੀਂ ਹੁਣ ਕਿਆ ਯਾਦ ਰੱਖਣਾ ਕਿ ਜੇ ਮੁਸਲਿਮ ਨਹੀਂ ਹੈਗਾ, ਤੁਹਾਨੂੰ ਆਪਸ਼ਨ 'ਚ ਮੁਸਲਿਮ ਦੇ ਦੇਣਾ ਉਹਨਾਂ ਨੇ, ਮੁਸਲਿਮ ਗਲਤ ਹੋਊਗਾ। ਤੀਜਾ ਕਿਹੜੀ ਕੰਟਰੀਆਂ ਯਾਦ ਕਰਨੀਆਂ ਸੀ? ਬਾਂਗਲਾਦੇਸ਼। ਇਹ ਤਾਂ ਤੁਹਾਨੂੰ ਕੁਐਸਚਨ ਆਊਗਾ, ਠੀਕ ਹੈ। ਇੱਕ ਤਾਂ ਇਹ ਕੰਮ ਕਰਤਾ ਗਿਆ ਤਾਂ ਪੰਗਾ ਜ਼ਿਆਦਾ ਪਿਆ ਸੀ, ਠੀਕ ਹੈ। ਆ ਗਿਆ ਸਮਝ? ਓਕੇ, ਹੁਣ ਇਹ ਐਕਟ ਨੇ ਕਿਆ ਰਿਡਿਊਸ ਕਰਤਾ ਕਿ ਪਹਿਲਾਂ 11 ਸਾਲ ਰਹਿਣਾ ਪੈਂਦਾ ਸੀ ਇੰਡੀਆ 'ਚ, ਹੁਣ 6 ਸਾਲ ਕਰਤਾ। 6 ਸਾਲ ਅਗਰ ਤੁਸੀਂ ਨੈਚੁਰਲਾਈਜੇਸ਼ਨ ਦੇ ਥਰੂ ਲੈਣੀ ਹੈ, ਜਿਵੇਂ ਮਦਰ ਟੈਰੇਸਾ ਨੇ ਲਿੱਤੀ ਸੀਗੀ, ਯਾਦ ਰੱਖਣਾ ਮਦਰ ਟੈਰੇਸਾ ਨੇ ਨੈਚੁਰਲਾਈਜੇਸ਼ਨ ਨਾਲ ਲਿੱਤੀ ਸੀ। ਇਹ ਵੀ ਕੁਐਸਚਨ ਕਈ ਵਾਰ ਆਇਆ ਹੋਇਆ। ਤਾਂ ਉਹਨੂੰ 6 ਸਾਲ ਹੀ ਰਹਿਣਾ ਪੈਣਾ, ਹੁਣ ਪਹਿਲਾਂ 11 ਸਾਲ ਰਹਿਣਾ ਪੈਂਦਾ ਸੀ, ਠੀਕ ਹੈ। ਓਕੇ, ਓਵਰਸੀਜ਼ ਸਿਟੀਜ਼ਨਸ਼ਿਪ ਕੈਨ ਬੀ ਕੈਂਸਲਡ ਇਨ ਕੇਸ ਆਫ ਵਾਇਲੇਸ਼ਨ ਆਫ ਲਾ। ਉਰੇ ਵੀ ਬਹੁਤ ਪੰਗਾ ਪਿਆ ਸੀਗਾ ਇਹਦਾ ਵੀ। ਬਾਹਰਲੇ ਦੇਸ਼ਾਂ 'ਚ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ। ਜਿਹੜੇ ਬਾਹਰ ਦੇ ਬੱਚੇ ਸੀਗੇ ਉਹਨੇ ਬਹੁਤ ਵਿਰੋਧ ਕੀਤਾ, ਜਿਹੜੇ ਬਾਹਰ ਦੇਸ਼ ਪੜ੍ਹਨ ਚੱਲ ਗਏ ਸੀ। ਇਹਨਾਂ ਨੇ ਕਹਿ ਤਾ ਸੀ ਅਗਰ ਕੋਈ ਵਾਇਲੇਟ ਕਰਦਾ ਹੈ ਲਾਅ ਇੰਡੀਆ ਦਾ, ਕੋਈ ਵੀ ਕਰਦਾ, ਕੋਈ ਖਿਲਾਫ ਬੋਲਦਾ, ਤਾਂ ਉਹਦੀ ਵੀ ਸਿਟੀਜ਼ਨਸ਼ਿਪ ਖੋਈ ਜਾ ਸਕਦੀ ਹੈ। ਮਤਲਬ ਹੁਣ ਜੋ ਬਾਹਰ ਰਹਿ ਰਹੇ ਆ ਉਹਨਾਂ ਦੀ ਕਦੇ ਵੀ ਖੋਹ ਜਾ। ਹੁਣ ਉੱਪਰ ਅਸੀਂ ਪੜ੍ਹਿਆ ਸੀ ਨਾ ਕਿ ਬਾਹਰ ਦਾ ਬੰਦਾ ਕਦੇ ਵੀ ਜਾ ਕੇ ਸਿਟੀਜ਼ਨਸ਼ਿਪ ਲੈ ਸਕਦਾ ਇੰਡੀਆ 'ਚ।
ਹੋ ਸਕਦਾ ਕੱਲ੍ਹ ਨੂੰ ਇੱਦਾਂ ਦਾ ਲਾਅ ਇੰਡੀਆ ਲੈ ਆਵੇ, ਹੁਣ ਜਿਵੇਂ ਉਰੇ ਵੀ ਲਿਖਿਆ ਹੋਇਆ ਇੰਨਾ ਕਾ ਲਾਅ ਤਾਂ ਲੈ ਆਏ, ਕੱਲ੍ਹ ਨੂੰ ਇਹ ਲਿਖਦੇ ਵੀ ਉਹਨੂੰ ਮਿਲੇ ਹੀ ਨਾ, ਹੈ ਨਾ, ਤਾਂ ਇੱਕ ਤਰ੍ਹਾਂ ਉਹਨਾਂ ਵਾਸਤੇ ਖਤਰਾ ਵੀ ਹੋ ਜਾਣਾ। ਠੀਕ ਹੈ, ਠੀਕ ਹੈ। ਆਹ ਪੜ੍ਹਨ ਦੀ ਲੋੜ ਨਹੀਂ ਹੈਗੀ ਤੁਹਾਨੂੰ, ਸਿਰਫ ਇੰਨਾ ਹੀ ਪੜ੍ਹਨ ਦੀ ਲੋੜ ਸੀ ਕਿ ਵੀ ਕਿਉਂ ਉੱਥੇ ਇੰਨਾ ਚੰਗਾ ਚੱਕਰ ਪਿਆ। ਠੀਕ ਹੈ, ਸੋ ਇਸ 'ਤੇ ਤਾਮਿਲੀਅਨਸ ਨੂੰ ਬਹੁਤ ਜ਼ਿਆਦਾ ਤਾਮਿਲੀਅਨ ਲੋਕਾਂ ਨੂੰ ਵੀ ਵਿੱਚ ਐਡ ਨਹੀਂ ਕੀਤਾ ਗਿਆ, ਇਹ ਕਿਹਾ ਗਿਆ। ਠੀਕ ਹੈ, ਔਰ ਜਿਹੜੇ ਸ਼੍ਰੀਲੰਕਾ 'ਚ ਪ੍ਰੋਸੀਕਿਊਟਡ ਹੋ ਰਹੇ ਆ, ਕਿਉਂਕਿ ਸ਼੍ਰੀਲੰਕਾ ਕੰਟਰੀ ਨਹੀਂ ਲਿਖੀ ਉਹਨਾਂ ਨੇ, ਆਪਣੀਆਂ ਤਿੰਨ ਹੀ ਕੰਟਰੀ ਲਿਖੀਆਂ ਗਈਆਂ, ਬੰਗਲਾਦੇਸ਼ ਜਿਹੜੀ ਹੋ ਗਿਆ, ਅਫਗਾਨਿਸਤਾਨ ਹੋ ਗਿਆ ਅਤੇ ਪਾਕਿਸਤਾਨ ਹੋ ਗਿਆ। ਦੇਖੋ ਹੁਣ ਮੈਂ ਤੁਹਾਨੂੰ ਮਾੜਾ ਜਿਹਾ ਡਿਟੇਲ 'ਚ ਹਲਕਾ ਦੱਸ ਦਿੰਦਾ। ਦੇਖੋ ਹੋਇਆ ਕਿਆ ਕਿ ਹੁਣ ਜਿਹੜਾ ਸਾਡਾ ਦੇਸ਼ ਆ, ਹੈ ਨਾ, ਆਪਣੀ ਪਾਰਲੀਮੈਂਟ ਆ, ਪ੍ਰਾਈਮ ਮਿਨਿਸਟਰ ਮੋਦੀ, ਉਹ ਨਾ ਇਹ ਕਹਿ ਰਹੇ ਆ ਬਈ ਅਸੀਂ ਤਾਂ ਮੁਸਲਿਮਸ ਨਹੀਂ ਲਿਖਿਆ ਹੈਗਾ ਕਿਉਂਕਿ ਇਹ ਸਾਰੀ ਸਾਰੀਆਂ ਕਿਆ ਹੈ, ਮੁਸਲਿਮ ਕੰਟਰੀਜ਼ ਆ, ਬੰਗਲਾਦੇਸ਼, ਪਾਕਿਸਤਾਨ। ਕਹਿੰਦੇ ਮੁਸਲਿਮਸ ਦੇ ਤਾਂ ਹੋ ਨਹੀਂ ਰਿਹਾ ਉਹ ਅਤਿਆਚਾਰ, ਲੇਕਿਨ ਸਿੱਖ ਹੋ ਗਏ, ਹਿੰਦੂ ਹੋ ਗਏ, ਇਹਨਾਂ ਨੂੰ ਨਾ ਇਹਨਾਂ ਦੇਸ਼ਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਕਨਵਰਟ ਕਰਿਆ ਜਾ ਰਿਹਾ, ਇਸ ਕਰਕੇ ਕਹਿੰਦੇ ਅਸੀਂ ਨਹੀਂ ਲਿਖਿਆ ਹੈਗਾ। ਲੇਕਿਨ ਇੱਕ ਤਰ੍ਹਾਂ ਦਾ ਇਹਨਾਂ ਨੇ ਕੌਨਸਟੀਟਿਊਸ਼ਨ, ਜੇ ਆਪਾਂ ਦੂਜੀ ਸਾਈਡ ਦੇਖੋ, ਹਮੇਸ਼ਾ ਇਹ ਗੱਲ ਯਾਦ ਰੱਖੋ, ਬੰਦਾ ਇਨਸਾਨ ਉਹੀ ਆ ਜਿਹੜਾ ਦੋਨੇ ਸਾਈਡ ਪੱਖ ਦੇਖਦਾ ਹੈ, ਜੋ ਸਟ੍ਰੇਟ ਫਾਰਵਰਡ ਹੁੰਦਾ। ਇੱਕ ਪਾਸੇ ਕਹਾਣੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਹਾਂ ਵਧੀਆ ਹੋਇਆ ਨਹੀਂ ਲਿਖਿਆ ਨਾ, ਹੁਣ ਐਂ ਕਹਿੰਦੇ ਹੋਣੇ ਕਈ ਜਾਣੇ, ਲੇਕਿਨ ਇੱਦਾਂ ਕਰਨਾ ਨਹੀਂ ਕਦੇ ਵੀ ਜ਼ਿੰਦਗੀ 'ਚ। ਮੈਂ ਸਟ੍ਰੇਟ ਫਾਰਵਰਡ ਰਹਿਣਾ, ਦੋਨੇ ਪਾਸੇ ਸੋਚੂੰਗੀ ਤਾਂ ਹੀ ਤੁਸੀਂ ਬੜੀ ਪੋਸਟਾਂ 'ਤੇ ਲੱਗ ਸਕਦੇ ਆ, ਕਿਉਂਕਿ ਇੰਟਰਵਿਊਜ਼ ਦੇ ਵਿੱਚ ਇਹੀ ਚੈੱਕ ਕਰਿਆ ਜਾਂਦਾ ਬੰਦੇ ਦਾ ਕਿ ਬੰਦਾ ਇੱਕ ਸਾਈਡ ਦਾ ਨਹੀਂ ਝੁਕਿਆ ਹੋਇਆ। ਠੀਕ ਹੈ, ਕਲੀਅਰ ਹੋ ਗਿਆ। ਤਾਂ ਹੋਰ ਜਿਹੜੇ ਵਧੀਆ ਲੋਕ ਨੇ, ਜਿਹੜੇ ਵਿਦਵਾਨ ਲੋਕ ਆ, ਉਹ ਕਹਿ ਰਹੇ ਆ ਬਈ ਕੌਨਸਟੀਟਿਊਸ਼ਨ ਦਾ ਇੱਥੇ ਕਿਆ ਹੋਇਆ, ਕੌਨਸਟੀਟਿਊਸ਼ਨ ਨੂੰ ਵਾਇਲੇਟ ਕੀਤਾ ਗਿਆ। ਤੁਹਾਨੂੰ ਪਤਾ ਆਪਣਾ ਵਾਇਲੇਟ ਹੁੰਦਾ ਆ, ਹੁਣ ਤਾਂ ਕੌਣ ਮੰਨਦਾ ਆਪਣੇ ਕੌਨਸਟੀਟਿਊਸ਼ਨ ਨੂੰ ਇੰਨਾ, ਕਿਉਂਕਿ ਕੌਨਸਟੀਟਿਊਸ਼ਨ 'ਤੇ ਲਿਖਿਆ ਹੋਇਆ ਕਿ ਸਭ ਨੂੰ ਬਰਾਬਰ ਲੈ ਕੇ ਚੱਲਣਾ, ਲੇਕਿਨ ਪੂਰੇ ਮੁਸਲਿਮਸ ਨਹੀਂ ਲਿਖਿਆ, ਤਾਂ ਥੋੜ੍ਹਾ ਚੱਕਰ ਪਿਆ, ਹੋਰ ਕੋਈ ਚੱਕਰ ਨਹੀਂ ਸੀਗਾ। ਠੀਕ ਹੈ, ਲੇਕਿਨ ਦੋਨੇ ਵਿਊ ਦੇਖਣੇ ਪੈਣੇ ਸਾਨੂੰ, ਇਸ ਕਰਕੇ ਦੋਨੇ ਪਾਸੇ ਹੀ ਵੈਸੇ ਸਹੀ ਲੱਗਦਾ। ਠੀਕ ਹੈ, ਬਟ ਕਿਆ ਕਰੀਏ, ਹੁਣ ਜਿਵੇਂ ਵੀ ਹੈਗਾ, ਹੁਣ ਆਪਣਾ ਦੇਸ਼ ਆ, ਆਪਾਂ ਨੂੰ ਨਾਲ ਚੱਲਣਾ ਪੈਣਾ। ਚਲੋ ਅੱਜ ਲਈ ਇੰਨਾ ਬਹੁਤ ਆ, ਅਤੇ ਆਪਾਂ ਅੱਗੇ ਕਰਾਂਗੇ ਬਾਅਦ ਵਿੱਚ। ਮੈਂ ਤੁਹਾਨੂੰ ਇਹਦੀ PDF 2-3 ਲੈਕਚਰਸ ਬਾਅਦ ਦੇਵਾਂਗਾ। ਪਹਿਲਾਂ ਵਾਲੀ PDF ਮੈਂ ਲੈਕਚਰ ਨੰਬਰ 3 'ਚ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਗਾ ਦਿੱਤੀ ਸੀ, ਇਹਦੀ ਮੈਂ ਲਗਾ ਦੂੰਗਾ। ਸਿਟੀਜ਼ਨਸ਼ਿਪ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਆ, ਜੋ ਤੁਹਾਨੂੰ ਮੈਂ ਕਿਹਾ ਪੜ੍ਹਨ ਉਹੀ ਪੜ੍ਹਨਾ। ਲਾਸਟ ਤੁਹਾਨੂੰ ਮੈਂ ਫਿਰ ਦੱਸ ਦਾਂ ਤੁਸੀਂ ਕਿਆ ਪੜ੍ਹਨਾ, ਅਤੇ ਤੁਸੀਂ ਉਹੀ ਚੀਜ਼ਾਂ ਪੜ੍ਹਨ। ਦੇਖੋ ਕੀ ਤੁਸੀਂ ਪੜ੍ਹਨਾ, ਦੇਖੋ ਇੱਕ ਤਾਂ ਤੁਸੀਂ ਆਹ ਚੀਜ਼ ਪੜ੍ਹਨੀ ਹੈ ਕਿ ਆਹ ਸਟਾਰਟਿੰਗ ਵਾਲੀ ਸਾਰੀ ਸਟਾਰਟਿੰਗ ਵਾਲੀ ਸਾਰੀ ਪੜ੍ਹਨੀ ਆ ਵਾਲੀ। ਠੀਕ ਹੈ, ਆਹ ਸਾਰਾ ਪੜ੍ਹਨਾ ਉਰੇ ਤੱਕ ਕੈਨੇਡਾ ਦਾ। ਜਿਉਂ ਹੀ ਆਰਟੀਕਲ 5 ਤੋਂ 11 ਆਇਆ, ਤੁਸੀਂ ਬਸ ਆਪਣੇ ਦਿਮਾਗ 'ਚ ਯਾਦ ਕਰਨ ਲਈ, ਯਾਦ ਕਰਨ ਦੀ ਲੋੜ ਨਹੀਂ, ਇਹ ਸਾਰਾ ਕੁਛ ਨਹੀਂ ਪੜ੍ਹਨਾ, ਤੁਸੀਂ ਕੁਛ ਵੀ ਨਹੀਂ ਪੜ੍ਹਨਾ, ਨਾ ਤੁਹਾਨੂੰ ਪੇਪਰ 'ਚ ਪੁੱਛਿਆ ਜਾਊਗਾ। ਤੁਸੀਂ ਆਹ ਚੀਜ਼ਾਂ ਪੜ੍ਹਨੀ ਹੈ ਬਈ ਸਾਨੂੰ ਕਿਵੇਂ ਮਿਲਣੀ ਸਿਟੀਜ਼ਨਸ਼ਿਪ, ਕਿਸ ਕਿਹੜੇ ਤਰੀਕੇ ਨਾਲ ਮਿਲਦੀ ਹੈ, ਕਿ ਲੌਸ ਕਿਹੜੇ ਤਰੀਕੇ ਨਾਲ ਹੁੰਦੀ ਹੈ। ਠੀਕ ਹੈ, ਬਾਕੀ ਇਹ ਨੌਲੇਜ ਨੂੰ ਸਾਰਾ ਕੁਛ ਪੜ੍ਹਨ ਦੀ ਲੋੜ ਨਹੀਂ, ਕੁਛ ਵੀ ਪੜ੍ਹਨ ਦੀ ਲੋੜ ਨਹੀਂ ਵਿੱਚ ਵਾਲਾ। ਅਤੇ ਐਂਡ ਤੁਸੀਂ ਅਮੈਂਡਮੈਂਟ, ਮਤਲਬ 4 ਚੀਜ਼ਾਂ ਹੀ ਪੜ੍ਹਨੀਆਂ ਸਾਰੀਆਂ ਤੁਸੀਂ। ਆਹ ਸਾਰਾ ਕਰੰਟ ਅਫੇਅਰ ਦਾ ਕਰੰਟ ਅਫੇਅਰ ਹੈ। ਠੀਕ ਹੈ, ਇਹਨੂੰ ਪੜ੍ਹ ਲਿਓ, ਬਹੁਤ ਈਜ਼ੀ ਹੈ। ਅਤੇ ਆਸਮ ਉਸਮ ਗੌਡ ਗੂਡ ਕੁਛ ਪੜ੍ਹਨ ਦੀ ਲੋੜ ਨਹੀਂ ਹੈਗੀ ਤੁਹਾਨੂੰ, ਇਹਦੇ ਬਾਰੇ ਅਜੇ ਨੌਲੇਜ ਨਹੀਂ ਹੈਗੀ। ਤੋ ਵੈਸੇ IAS ਚੀਜ਼ਾਂ ਵਿੱਚ ਪੜ੍ਹਾਇਆ ਜਾਂਦਾ ਜਾ ਕੇ, ਮੈਂ ਤੁਹਾਨੂੰ ਅਜੇ ਨਹੀਂ ਕਰਾਊਂਗਾ। ਠੀਕ ਹੈ, ਸੋ ਚੱਲਦੇ ਹਾਂ ਆਪਾਂ। ਓਕੇ, ਬਾਏ। ਆਪਾਂ ਨੈਕਸਟ ਲੈਕਚਰ 'ਚ ਮਿਲਾਂਗੇ।